ਇਹ ਜਿਹੜੇ ਆਰਡੀਨੈਂਸ ਨੇ ਇਹ ਕਿਸਾਨ ਹੀ ਨਹੀਂ ਬਾਜ਼ਾਰ ਦੇ ਉਲਟੀ ਨੇ, ਆਵਾਮ ਦੇ ਉਲਟੀ ਨੇ। 65,000 ਕਰੋੜ ਜਿਹੜਾ ਕੈਸ਼ ਆਪਣੇ 6 ਮਹੀਨੇ ਤੱਕ ਆਪਣੇ ਆਉਂਦਾ ਜਿਹੜਾ ਆਪਣੇ ਚੁੱਲ੍ਹੇ ਬਾਲਦਾ, ਉਹਦੇ ਨਾਲ ਸਾਰਾ ਹੀ ਅਰਥਸ਼ਾਸਤਰ ਹਿਲ ਜੂਗਾ। ਗੱਲ ਦੀ ਕਲੈਰਿਟੀ ਦਿਓ ਕਿ ਤੁਸੀਂ ਇਹਦੇ 'ਚ ਅਮੈਂਡਮੈਂਟ ਚਾਹੁੰਦੇ ਹੋ ਜਾਂ ਇਹਨੂੰ ਕੰਪਲੀਟਲੀ ਰੱਦ ਕਰਨਾ ਚਾਹੁੰਦੇ ਹੋ ਤਿੰਨੋਂ ਆਰਡੀਨੈਂਸਸ ਨੂੰ? ਪਹਿਲਾਂ ਤਾਂ ਇਹ ਰੱਦ ਕਰਨਾ ਚਾਹੁੰਦੇ ਆ, ਕਦੀ ਹੋਣਾ ਨਹੀਂ ਚਾਹੀਦਾ। ਸੈਸ਼ਨ ਕੋਰਟਸ ਤੇ ਇਹਨਾਂ ਨੇ ਕੱਢੀਆਂ ਦਾਲਾਂ ਸਬਜ਼ੀਆਂ ਕੱਢੀਆਂ, ਇਹ ਰੱਦ ਹੋਣਾ ਚਾਹੀਦਾ। ਉਹ ਕਿਸਾਨਾਂ ਨੂੰ ਲੈ ਕੇ ਦੇਣ ਵਾਸਤੇ ਇਹੀ ਕਿਤੇ ਹੁਣ ਫਿਊਚਰ 'ਚ ਤੁਸੀਂ ਝੋਨੇ 'ਚ ਜਾਂ ਕਣਕ 'ਚ ਵੀ ਦੇਖਦੇ ਹੋ ਜੇ ਇੰਪਲੀਮੈਂਟ ਹੋ ਜਾਂਦਾ ਹੈ ਤਾਂ ਜਿਹੜਾ 2 ਕਿੱਲੇ 3 ਕਿੱਲੇ ਵਾਲਾ ਉਹ ਐਸਡੀਐਮ ਦੇ ਤੁਰਿਆ ਫਿਰੂਗਾ ਜੇ ਉਹਦੀ ਪੇਮੈਂਟ ਨਾ ਮਿਲੀ। ਮੈਂ ਕਹਿੰਦਾ ਜੀ ਇਸ ਤੋਂ ਪਹਿਲਾਂ ਇਦੋਂ ਵਧੀਆ ਲਾਅ ਸੀ ਜਿੱਥੇ ਕੋਰਟ ਜਾ ਸਕਦੇ ਸੀ। ਮੱਕੀ ਦੀ ਪੇਮੈਂਟ ਸਾਡਾ ਪ੍ਰਾਈਵੇਟ ਪਰਚੇਜ਼ਰ ਲੈ ਜਾਂਦਾ ਤੇ ਅੱਜ ਤੱਕ ਨਹੀਂ ਲੈ ਸਕੇ। ਬਾਸਮਤੀ ਅਸੀਂ ਵੇਚੀ ਤੇ ਅੱਜ ਤੱਕ ਕਈ ਆੜਤੀਏ ਲੁੱਟ ਗਏ ਆ ਤੇ ਕਈ ਕਿਸਾਨ ਲੁੱਟ ਗਏ ਜਿਹੜੇ ਪੇਮੈਂਟ ਨਹੀਂ ਆਈ। ਤੇ ਜੇ ਲਾਅ ਹੀ ਬਣ ਗਿਆ ਫਿਰ ਅਸੀਂ ਉਦੋਂ ਪੇਮੈਂਟ ਕਿਵੇਂ ਲੈ ਸਕਾਂਗੇ? ਸਰਕਾਰਾਂ ਬਣਾਉਣ ਵਾਲੇ ਜਿਹੜੇ ਵੱਡੇ ਅੰਡਾਨੀ ਗਰੁੱਪ ਨੇ ਉਹ ਡੀਸੀ ਉਹਨਾਂ ਸਾਹਮਣੇ ਕੀ ਬੋਲਣਗੇ ਆਮ ਕਿਸਾਨ ਨੂੰ? ਜਿਨ੍ਹਾਂ ਨਾਲ ਦਿਲਾਂ ਦੇ ਰਾਹ ਦੂਰ ਹੋ ਗਏ ਸੀ ਅੱਜ ਉਹ ਨੇੜੇ ਹੋ ਕੇ ਬੈਠੇ ਰਹੇ ਆ ਤੁਹਾਡੇ। ਦੇਖੋ ਬਹੁਤ ਵੱਡਾ ਸੰਕਟ ਆ ਗਿਆ ਖੇਤੀ 'ਚ, ਆਪਦੇ ਮੱਟ ਮਟੇ ਕੇ ਅਸੀਂ ਇੱਥੇ ਪਹੁੰਚੇ ਹਾਂ। ਅੱਜ ਸੰਕਟ ਏਡਾ ਵੱਡਾ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਆਪਣੇ ਪਿੰਡਾਂ ਦੇ ਵਿੱਚ ਵੀ ਆਪਣੇ ਫਰੇਵੇਂ ਖਤਮ ਕਰ ਦਿਓ। ਅੱਜ ਆਪਣੀ ਆਰਥਿਕ ਲੜਾਈ ਪੈ ਗਈ ਆ। ਅੱਜ ਆਰਥਿਕਲੀ ਤਾਂ ਹੁਣ ਆਪਾਂ ਨੂੰ ਇਕੱਠੇ ਹੋਣਾ ਪੈਣਾ, ਨਹੀਂ ਕਿਸਾਨੀ ਡੁੱਬਦੀ ਰਹੂਗੀ। ਅਗਲਾ ਸਮਾਂ ਆਉਣ ਵਾਲਾ ਆਪਾਂ ਨੂੰ ਮਾਫ ਨਹੀਂ ਕਰੂਗਾ। ਅੱਜ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ। ਪਹਿਲਾਂ 11 ਸੀ, ਫਿਰ 2 ਹੋਰ ਐਡ ਹੋਈਆਂ, 13 ਜਥੇਬੰਦੀਆਂ। ਔਰ ਫੈਸਲਾ ਲਿਆ ਗਿਆ ਕਿ 20 ਤਰੀਕ ਨੂੰ ਹੁਣ ਹੋਰ ਜਿਹੜੀਆਂ 12-13 ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਤੇ ਫਿਰ ਫਾਈਨਲ ਡਿਸੀਜਨ ਆਊਗਾ ਕਿ ਇਹ ਅੰਦੋਲਨ ਹੁਣ ਕਿਵੇਂ ਮੂਵ ਕਰੂਗਾ। 5 ਮੈਂਬਰੀ ਕਮੇਟੀ ਬਣਾਈ ਗਈ ਹੈ। ਉਹਦੇ ਚੋਂ ਇੱਕ ਹਰਮੀਤ ਸਿੰਘ ਕਾਦੀਆਂ ਸਾਹਿਬ ਨੇ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ। ਕਾਦੀਆਂ ਸਾਹਿਬ 5 ਮੈਂਬਰੀ ਕਮੇਟੀ ਹੈ, ਤੁਸੀਂ ਮੈਂਬਰ ਹੋ, ਕਿਸ ਤਰ੍ਹਾਂ ਦੀ ਰੂਪਰੇਖਾ ਹੋਊਗੀ ਤੁਹਾਡੀ? ਅਸੀਂ ਪਹਿਲਾਂ ਤੁਹਾਡੇ ਮਾਧਿਅਮ ਨਾਲ ਸਾਰੇ ਆਵਾਮ ਨੂੰ, ਕਿਸਾਨਾਂ ਨੂੰ, ਆੜ੍ਹਤੀਆਂ ਭਰਾਵਾਂ ਨੂੰ, ਪੱਲੇਦਾਰ ਵੀਰਾਂ ਨੂੰ ਜਿਨ੍ਹਾਂ ਨੇ ਸਾਡਾ ਪਿਛਲੇ ਅੰਦੋਲਨ 15 ਤਰੀਕ ਦਾ ਸਫਲ ਬਣਾਇਆ ਤੇ ਸਾਡਾ ਸਾਥ ਦਿੱਤਾ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਉਹਨਾਂ ਦੀਆਂ ਆਸ਼ਾਵਾਂ ਨੂੰ ਦੇਖਦੇ ਹੋਏ, ਉਹਨਾਂ ਦੇ ਇਸ ਗੁੱਸੇ ਦੇ ਰੋਹਬ ਨੂੰ ਦੇਖਦੇ ਹੋਏ ਅੱਜ ਕਮੇਟੀ ਸਾਡੀ 5 ਮੈਂਬਰੀ ਕਮੇਟੀ ਬਣੀ ਆ, ਜਿਸ 'ਚ 13 ਕਿਸਾਨ ਜਥੇਬੰਦੀਆਂ ਜੁੜੀਆਂ ਨੇ। ਸਾਡੀ ਇਹ ਸਰਬਸਹਿਮਤੀ ਨਾਲ ਪਾਸ ਹੋਇਆ ਵੀ ਆਪਾਂ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਤੱਕ ਪਹੁੰਚ ਕਰੀਏ ਤੇ ਉਹਨਾਂ ਨੂੰ ਨਾਲ ਜੋੜ ਕੇ ਕੋਈ ਇੱਕ ਵੱਡਾ ਅੰਦੋਲਨ ਲੜ ਸਕੀਏ ਜਿਹੜਾ ਕਿ ਸਫਲਤਾ ਵੱਲ ਜਾ ਸਕੇ। ਕਿਸਾਨ ਜਾਗ ਗਿਆ। ਅਸੀਂ ਜਥੇਬੰਦੀਆਂ ਦੇ ਵਿੱਚ ਵੀ ਡਿਸਕਸ਼ਨ ਇਹ ਕੀਤੀ ਆ ਵੀ ਆਪਾਂ ਨੂੰ ਵੀ ਇਕੱਠੇ ਹੋਣਾ ਪੈਣਾ। ਅੱਗੇ ਕਿਸਾਨ ਇਹ ਕਹਿ ਰਿਹਾ ਵੀ ਜਦ ਤੱਕ ਜਥੇਬੰਦੀਆਂ ਅਲੱਗ-ਅਲੱਗ ਲੜਨਗੀਆਂ ਇਹ ਲੜਾਈ ਸਫਲ ਨਹੀਂ ਹੋ ਰਹੀ। ਇਹ ਅੱਜ ਏਕਤਾ, ਅਸੀਂ ਇਦੋਂ ਵੀ ਵੱਡੀ ਇੱਕ ਏਕਤਾ ਕੋਈ ਹੋਰ ਕੱਲ੍ਹ ਨੂੰ ਅਸੀਂ ਜਥੇਬੰਦੀਆਂ ਨਾਲ ਜੋੜ ਕੇ ਇਹਨੂੰ ਸੰਘਰਸ਼ ਨੂੰ ਵੱਡਾ ਰੂਪ ਦੇਣਾ ਚਾਹੁੰਦੇ ਆ ਵੀ ਅਸੀਂ ਕਿ ਸਫਲਤਾ ਦੇ ਪਾਸੇ ਉੱਠੀਏ। ਕਿਉਂਕਿ ਇਹ ਜਿਹੜੇ ਆਰਡੀਨੈਂਸ ਨੇ ਇਹ ਕਿਸਾਨ ਹੀ ਨਹੀਂ ਬਾਜ਼ਾਰ ਦੇ ਉਲਟੀ ਨੇ, ਆਵਾਮ ਦੇ ਉਲਟੀ ਨੇ। 65,000 ਕਰੋੜ ਜਿਹੜਾ ਕੈਸ਼ ਆਪਣੇ 6 ਮਹੀਨੇ ਤੱਕ ਆਪਣੇ ਆਉਂਦਾ ਜਿਹੜਾ ਆਪਣੇ ਚੁੱਲ੍ਹੇ ਬਾਲਦਾ, ਉਹਦੇ ਨਾਲ ਸਾਰਾ ਹੀ ਅਰਥਸ਼ਾਸਤਰ ਹਿਲ ਜੂਗਾ। ਮਲਟੀਨੈਸ਼ਨਲ ਕੰਪਨੀਆਂ ਦਾ ਇੱਕ ਐਗਜ਼ਾਮਪਲ ਇਹ ਦਿੱਤਾ ਹੋਇਆ, ਉਹਨਾਂ ਵਾਸਤੇ ਖੁੱਲ੍ਹ ਆ, ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਆ। ਜਦ 1962 ਦੇ ਵਿੱਚ PAU ਸਥਾਪਿਤ ਕੀਤੀ ਗਈ ਸੀ, ਆਪਣੀਆਂ ਦੇਸੀ ਕਣਕਾਂ ਬਦਲ ਕੇ ਬਾਹਰੋਂ ਕਣਕਾਂ ਦੇ ਬੀਜ ਲਿਆ ਕੇ ਵੱਧ ਝਾੜ ਕਰਨ ਵਾਸਤੇ, ਕਿਉਂਕਿ ਪੰਜਾਬ ਉਦੋਂ ਇਹ ਪੈਦਾ ਕਰਦਾ ਸੀ, ਹਰਿਆਣਾ ਪੈਦਾ ਕਰਦਾ ਸੀ, ਸਾਰੇ ਹਿੰਦੁਸਤਾਨ ਨੂੰ ਖਿਲਾਉਂਦਾ ਸੀ। ਇਹਦੇ 'ਚੋਂ ਵੱਧ ਝਾੜ ਕਣਕਾਂ ਲਿਆਉਣ ਨੂੰ ਜਾਂ ਵੱਧ ਵੈਰਾਈਟੀਆਂ ਵਾਲੀਆਂ ਲੈ ਕੇ ਆਉਣ ਨੂੰ ਪੇਸ਼ ਕੀਤੀ ਸੀ। ਉਹਦੇ ਵੀ ਜਿਹੜੇ ਨਕਸ਼ੇ ਸੀ, ਉਹਦੇ ਵੀ ਜਿਹੜੇ ਪੜ੍ਹਾਏ ਹੋਏ ਨਕਸ਼ੇ ਸੀਗੇ, ਉਹ ਵੀ ਇਹ ਮਲਟੀਨੈਸ਼ਨਲਾਂ ਦੀ ਰੀਸ ਕਰਕੇ ਉਹਨਾਂ ਦੀਆਂ ਥਿਊਰੀਆਂ ਲੈ ਕੇ ਇੱਥੇ ਵਾਹੀ ਗਏ। ਕਿਉਂਕਿ ਇੱਥੇ ਵਾਹੀਯੋਗ ਜ਼ਮੀਨ 5-10 ਕਿੱਲੇ ਜ਼ਮੀਨ ਸੀ ਹਰ ਕਿਸਾਨ ਕੋਲ। ਘੱਟ ਸਾਡੇ ਕੋਲ ਜ਼ਮੀਨਾਂ ਨੇ, ਲੈਂਡ ਹੋਲਡਿੰਗ ਛੋਟੀ ਆ। ਉਹ ਵਾਇਬਿਲਟੀ ਸਾਡੀ ਫੇਲ ਵਾਲੇ ਪਾਸੇ ਚਲੇਗੀ। ਟਰੈਕਟਰ ਸਾਡੇ ਕੋਲ ਆ ਗਏ, ਮੈਂ ਨਹੀਂ ਕਹਿੰਦਾ ਆਧੁਨਿਕਤਾ ਨਾਲ ਤਰੱਕੀ ਨਹੀਂ ਹੁੰਦੀ, ਪਰ ਲੈਂਡ ਹੋਲਡਿੰਗ ਛੋਟੀ ਹੋਣ ਨਾਲ ਖਰਚੇ ਇਹਨੇ ਵੱਧ ਗਏ ਵੀ ਕਿਸਾਨ ਤੁਹਾਨੂੰ ਪਤਾ ਪਿਛਲੇ 10 ਸਾਲਾਂ ਦੇ ਸੈਂਕੜਾਂ ਦੇ ਹਿਸਾਬ ਨਾਲ ਆਤਮ ਹੱਤਿਆ ਕਰ ਗਿਆ। ਇਕਨੋਮੀ ਸਾਡੀ ਪਹਿਲਾਂ ਹੀ MSP ਦੇ ਹੁੰਦੇ ਨਹੀਂ ਸਾਡੀ ਸਟੇਬਲ ਹੋ ਰਹੀ। ਸਾਨੂੰ ਜਿਹੜੇ ਮੌਸਮ ਦੇ ਨਾਲ ਮਾਰ ਝੱਲਣੀ ਪੈਂਦੀ ਆ, ਕਦੀ ਸੋਕੇ ਨਾਲ ਕਦੀ ਹਾੜੇ ਨਾਲ। ਤੇ ਸਰਕਾਰਾਂ ਜਦੋਂ ਸਾਨੂੰ ਭਗਦੇ MSP ਮੁੱਲ ਨਹੀਂ ਦੇ ਸਕੀਆਂ, ਉਹਦੇ ਨਾਲ ਸਾਡੇ ਕਰਜ਼ਾ ਚੜ ਗਿਆ। ਤਾਂ ਇਹ ਸਿਸਟਮ ਨਾਲ ਤਾਂ ਅਸੀਂ ਜਮਾਂ ਹੀ ਬਦਵਾਰ ਹੋ ਜਾਵਾਂਗੇ। ਇਸ ਗੱਲ ਦੀ ਕਲੈਰਿਟੀ ਦਿਓ ਕਿ ਤੁਸੀਂ ਇਹਦੇ 'ਚ ਅਮੈਂਡਮੈਂਟ ਚਾਹੁੰਦੇ ਹੋ ਜਾਂ ਇਹਨੂੰ ਕੰਪਲੀਟਲੀ ਰੱਦ ਕਰਨਾ ਚਾਹੁੰਦੇ ਹੋ ਤਿੰਨੋਂ ਆਰਡੀਨੈਂਸਸ ਨੂੰ? ਦੇਖੋ ਜਿਹੜਾ ਪਹਿਲਾ ਆਰਡੀਨੈਂਸ ਆ ਜਿਹੜੀ 1955 ਦਾ ਇਹਨਾਂ ਨੇ ਤੋੜਿਆ ਸੈਸ਼ਨ ਗੁੱਡਸ ਦਾ, ਉਹਦੇ ਵਿੱਚ ਬਲੈਕ ਜਮਾਖੋਰੀ ਵਧੂਗੀ। ਇਹ 1955 ਦੇ ਵਿੱਚ ਆਪਾਂ ਜੋ ਦੇਸ਼ ਆਜ਼ਾਦ ਹੋਇਆ ਸੀ ਉਦੋਂ ਬਾਅਦ ਸਪੈਸ਼ਲ ਐਕਟ ਲੈ ਕੇ ਆਇਆ ਗਿਆ ਸੀ ਵੀ ਆਪਾਂ ਲੋਕਾਂ ਨੂੰ ਅੰਨ ਖਿਲਾਉਣਾ, ਆਪਣੀ ਆਬਾਦੀ ਜ਼ਿਆਦੀ ਆ। ਆਪਣੀਆਂ ਇਹ ਸਰਕਾਰਾਂ ਬਾਹਰਲੀਆਂ ਸਰਕਾਰਾਂ ਦੀ ਨੀਤੀ ਲੈ ਕੇ ਆਉਣ ਨੂੰ ਤਿਆਰ ਹੋ ਜਾਂਦੀਆਂ ਪਰ ਆਪਣੀ ਆਬਾਦੀ ਨੂੰ ਭੁੱਲ ਜਾਂਦੀਆਂ ਨੇ। ਆਪਣੀ ਆਬਾਦੀ ਖਾਣ ਵਾਲੀ ਜ਼ਿਆਦਾ, ਗਰੀਬੀ ਆਪਣੇ ਜ਼ਿਆਦਾ ਹੈਗੀ ਆ। ਉਹ ਜਦੋਂ ਕਿਸਾਨ ਤੋਂ
ਬਲਕ ਜਦੋਂ ਮਾਰਕੀਟ 'ਚ ਆ ਜਾਂਦਾ ਉਦੋਂ ਸਸਤੇ ਭਾਅ ਖਰੀਦ ਕੇ ਸਟੋਰ ਕਰਕੇ ਤੇ ਮਹਿੰਗੇ ਭਾਅ ਕਸਟਮਰ ਨੂੰ ਭੇਜਣਗੇ। ਅੱਜ ਵੀ ਸਬਜ਼ੀ ਅਸੀਂ ਅੱਜ ਦੀ ਮਾਰਕੀਟ ਨੂੰ ਵੀ ਕਹਿੰਦੇ ਜੇ 5 ਰੁਪਏ 2 ਰੁਪਏ ਨੂੰ ਕਿਸਾਨ ਵੇਚ ਕੇ ਜਾਂਦਾ ਤੇ ਕਸਟਮਰ ਨੂੰ 40 ਰੁਪਏ ਦਾ ਅੱਜ ਪਿਆਜ਼ ਖਰੀਦਣਾ ਪੈ ਰਿਹਾ, ਕਹਿੰਦੇ ਪਿਆਜ਼ ਮਹਿੰਗਾ ਹੋ ਗਿਆ ਤੇ ਨਾਗਪੁਰ ਤੋਂ ਜਦੋਂ ਤੁਰਿਆ ਉਦੋਂ 4 ਰੁਪਏ ਤੁਰਿਆ। ਇਹਦਾ ਅਸੀਂ ਡਿਫਰੈਂਸ ਚਾਹੁੰਦੇ ਸੀ ਕਿਸੇ ਤਰੀਕੇ ਨਾਲ ਭਰਿਆ ਜਾਵੇ ਤੇ ਇਹਨਾਂ ਨੇ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਡਿਫਰੈਂਸਸ ਜਿਹੜਾ ਕਿਸਾਨ ਨੂੰ ਪੈਸਾ ਨਹੀਂ ਮਿਲਦਾ ਤੇ ਕਸਟਮਰ ਨੂੰ ਮਹਿੰਗਾ ਖਰੀਦਣਾ ਪੈਂਦਾ, ਮਿਡਲਮੈਨ ਨੂੰ ਖਤਮ ਕਰਨਾ ਚਾਹੀਦਾ ਸੀ। ਇਹ ਤਾਂ ਵੱਡੇ ਮਿਡਲਮੈਨ ਲੈ ਕੇ ਆ ਰਹੇ ਆ ਜਿਹੜੇ ਸਾਡੇ ਸਵਾਲ ਇਹੀ ਸੀ ਕਿ ਰੱਦ ਕਰਨਾ ਚਾਹੁੰਦੇ ਹੋ ਜਾਂ ਅਮੈਂਡਮੈਂਟਸ ਚਾਹੁੰਦੇ ਹੋ ਕਿ ਅਮੈਂਡਮੈਂਟਸ ਪਹਿਲਾਂ ਤਾਂ ਇਹ ਰੱਦ ਕਰਨਾ ਚਾਹੁੰਦੇ ਆ, ਕਦੀ ਹੋਣਾ ਨਹੀਂ ਚਾਹੀਦਾ। ਸਪੈਸ਼ਲ ਗੁੱਡਸ ਦੇ ਇਹਨਾਂ ਨੇ ਕੱਢੀਆਂ ਦਾਲਾਂ ਸਬਜ਼ੀਆਂ ਕੱਢੀਆਂ, ਇਹ ਰੱਦ ਹੋਣਾ ਚਾਹੀਦਾ। ਦੂਜਾ ਇਹਨਾਂ ਨੇ ਜਿਹੜਾ ਬਣਾਇਆ ਜਿਹਦੇ 'ਚ ਪੇਮੈਂਟ ਦਾ ਬਣਾਇਆ, ਪੇਮੈਂਟ ਦਾ ਮੋਡ ਆਫ ਪੇਮੈਂਟ ਕਿਵੇਂ ਦੇਣੀ ਆ, ਉਹਦੇ ਵਿੱਚ ਇਹ ਬਣਾਇਆ ਵੀ ਜੇ ਤੁਹਾਡੀ ਪੇਮੈਂਟ ਨਹੀਂ ਮਿਲੀ ਤੁਹਾਨੂੰ ਤਾਂ ਤੁਸੀਂ ਐਸਡੀਐਮ ਕੋਲ ਜਾਂਦੇ ਹੋ, 20 ਮੈਂਬਰੀ ਕਮੇਟੀ ਬਣਦੀ ਆ। ਉਹ ਮੈਂਬਰੀ ਜੇ ਕਮੇਟੀ ਤੁਹਾਡਾ ਫੈਸਲਾ ਉਲਟ ਕਰਦੀ, ਤੁਸੀਂ ਐਸਡੀਐਮ ਤੱਕ ਪਹੁੰਚ ਕਰਦੇ ਹੋ। ਜੇ ਐਸਡੀਐਮ ਤੱਕ ਤੁਹਾਨੂੰ ਫੈਸਲਾ ਨਹੀਂ ਸਹੀ ਲੱਗਦਾ ਤੁਸੀਂ ਡੀਸੀ ਤੱਕ ਪਹੁੰਚ ਕਰਦੇ ਹੋ। ਇਸ ਤੋਂ ਉੱਪਰ ਤੁਹਾਡੀ ਪਹੁੰਚ ਖਤਮ ਕਰਨੀ ਆ ਅਦਾਲਤ ਤੁਹਾਨੂੰ ਕਲੋਜ਼। ਜਿਵੇਂ ਗੰਨੇ 'ਚ ਕੇਨ 'ਚ ਵੀ ਤਾਂ ਇਸੇ ਤਰ੍ਹਾਂ ਹੀ ਹੋ ਕੇਨ 'ਚ ਵੀ ਇਸ ਤਰੀਕੇ ਨਾਲ ਕੇਸ 'ਚ ਦੱਸਿਆ ਰੂਲ ਤਾਂ ਇਹ ਬਣਿਆ ਹੋਇਆ ਵੀ 14 ਦਿਨ ਦੇ ਵਿੱਚ ਪੇਮੈਂਟ ਦੇਣੀ ਆ, ਨਹੀਂ ਤਾਂ ਇੰਟਰਸਟ ਸਮੇਤ ਦੇਣਾ। ਤੇ ਅੱਜ ਤੱਕ 2-2 ਸਾਲ ਦੀਆਂ ਸਾਰੇ ਹਿੰਦੁਸਤਾਨ ਦੀਆਂ ਗੰਨਾ ਮਿਲਾਂ ਪੇਮੈਂਟ ਫਸਾਈ ਫਿਰਦੀਆਂ ਨੇ, ਉਹ ਕਿਸਾਨਾਂ ਨੂੰ ਲੈ ਕੇ ਦੇਣ ਵਾਸਤੇ। ਇਹੀ ਕਿਤੇ ਹੁਣ ਫਿਊਚਰ 'ਚ ਤੁਸੀਂ ਝੋਨੇ 'ਚ ਜਾਂ ਕਣਕ 'ਚ ਵੀ ਦੇਖਦੇ ਹੋ ਜੇ ਇੰਪਲੀਮੈਂਟ ਹੋ ਜਾਂਦਾ ਹੈ ਤਾਂ ਜਿਹੜਾ 2 ਕਿੱਲੇ 3 ਕਿੱਲੇ ਵਾਲਾ ਉਹ ਐਸਡੀਐਮ ਦੇ ਤੁਰਿਆ ਫਿਰੂਗਾ ਜੇ ਉਹਦੀ ਪੇਮੈਂਟ ਨਾ ਮਿਲੀ। ਮੈਂ ਕਹਿੰਦਾ ਜੀ ਇਸ ਤੋਂ ਪਹਿਲਾਂ ਇਦੋਂ ਵਧੀਆ ਲਾਅ ਸੀ ਜਿੱਥੇ ਕੋਰਟ ਜਾ ਸਕਦੇ ਸੀ। ਮੱਕੀ ਦੀ ਪੇਮੈਂਟ ਸਾਡਾ ਪ੍ਰਾਈਵੇਟ ਪਰਚੇਜ਼ਰ ਲੈ ਜਾਂਦਾ ਤੇ ਅੱਜ ਤੱਕ ਨਹੀਂ ਲੈ ਸਕੇ। ਬਾਸਮਤੀ ਅਸੀਂ ਵੇਚੀ ਤੇ ਅੱਜ ਤੱਕ ਕਈ ਆੜਤੀਏ ਲੁੱਟ ਗਏ ਆ ਤੇ ਕਈ ਕਿਸਾਨ ਲੁੱਟ ਗਏ ਜਿਹੜੇ ਪੇਮੈਂਟ ਨਹੀਂ ਆਈ। ਤੇ ਜੇ ਲਾਅ ਹੀ ਬਣ ਗਿਆ ਫਿਰ ਅਸੀਂ ਉਹਦਾ ਪੇਮੈਂਟ ਕਿਵੇਂ ਲੈ ਸਕਾਂਗੇ? ਸਰਕਾਰਾਂ ਬਣਾਉਣ ਵਾਲੇ ਜਿਹੜੇ ਵੱਡੇ ਅੰਡਾਨੀ ਗਰੁੱਪ ਨੇ ਉਹ ਡੀਸੀ ਉਹਨਾਂ ਸਾਹਮਣੇ ਕੀ ਬੋਲਣਗੇ? ਆਮ ਕਿਸਾਨ ਨੂੰ ਪੇਮੈਂਟ ਦਾ ਮੋਡ ਆਫ ਪੇਮੈਂਟ ਗਲਤ ਹੋ ਜਾਣਾ। ਇਹ ਮੱਕੀ ਦੀ ਤੁਸੀਂ ਐਗਜ਼ਾਮਪਲ ਦਿੱਤੀ, ਅੱਜ ਦੀ ਖਬਰ ਹੈ ਕਿ 1780 ਮੇਰੇ ਖਿਆਲ ਐਮਐਸਪੀ ਹੈ। ਐਮਐਸਪੀ ਹੈ ਜੀ, ਸਰਕਾਰ ਚੱਕਦੀ ਨਹੀਂ, 650 ਨੂੰ ਕਿਸਾਨ ਵੇਚ ਰਿਹਾ। ਗੜਸ਼ੰਕਰ ਦੀ ਮੰਡੀ 650 ਨੂੰ ਵਿਕੀ ਹੈ। ਜਿਹੜੀ ਅੱਜ ਮੱਕੀ ਆਈ ਆ ਸਮਝ ਲਓ ਵੀ ਉਹ ਸੁੱਕੀ ਮੱਕੀ ਆ, ਉਹਦਾ ਤਾਂ ਕੋਈ ਬਹਾਨਾ ਨਹੀਂ ਉਹਦੇ ਕੋਲ। ਬਰਸਾਤਾਂ 'ਚ ਤਾਂ ਆਈ ਤਾਂ ਆਪਾਂ ਗਿੱਲੀ ਕਹਿ ਦਿੰਦੇ ਆ। ਤੇ ਇਸ ਟਾਈਮ ਇਹ ਜਿਹੜੇ ਸ਼ੁਰੂ ਹੋਈ ਆ ਇਹ ਆਰਡੀਨੈਂਸ ਪਾਸ ਹੋਣ ਤੋਂ ਪਹਿਲੇ ਦੀ ਗੱਲਾਂ ਨੇ ਜਦੋਂ ਇਸ਼ਾਰਾ ਹੀ ਹੋ ਗਿਆ। ਅੱਜ ਇਸ਼ਾਰਾ ਹੋਇਆ ਮਾਰਕੀਟ ਰੇਟ 1700 ਰੁਪਇਆ ਕਣਕ ਦਾ। 1925 ਚ ਅਸੀਂ ਵੇਚ ਕੇ ਆਏ ਆ ਕਣਕ, ਅੱਜ ਦੇ ਰੇਟ 126 ਝੋਨਾ ਵੱਢਣਾ ਸ਼ੁਰੂ ਹੋ ਗਿਆ। ਕਰਨਾਲ ਵਾਲੇ ਪਾਸੇ ਵੀ ਤੇ ਅੰਮ੍ਰਿਤਸਰ ਵਾਲੇ ਪਾਸੇ ਵੀ 1400 ਰੁਪਏ ਨੂੰ ਵਿਕ ਰਿਹਾ। ਅੱਜ ਬਾਸਮਤੀ 1509 ਵੱਢੀ ਜਾ ਰਹੀ ਆ, ਜਿਹੜੀ ਪਿਛਲੇ ਸਾਲ 2500 ਰੇਟ ਸੀ, ਜਿਹਨੂੰ ਅਸੀਂ ਬਹੁਤ ਮਾੜਾ ਰੇਟ ਮੰਨਦੇ ਆ। ਬਾਸਮਤੀ ਦਾ 3500 ਥੱਲੇ ਵਾਇਬਲ ਨਹੀਂ ਹੈ। ਅੱਜ ਉਹ ਰੇਟ 18-1900 ਮਾਰਕੀਟ 'ਚ ਵਿਕ ਰਹੀ ਆ। ਹਾਲੇ ਤਾਂ ਰੂਲ ਪਾਸ ਹੋਣ ਪਾਰਲੀਮੈਂਟ 'ਚ ਗਿਆ ਸੀ, ਜੇ ਦਿਨ ਪਾਸ ਹੋ ਗਿਆ ਇਹ ਲੱਗ ਗਿਆ ਸਾਡੇ ਤੇ ਆਗੂ ਹੋ ਗਿਆ ਤਾਂ ਇਹਦਾ ਬਹੁਤ ਵੱਡਾ ਇਫੈਕਟ ਆਉਣਾ, ਜਿਹੜਾ ਕਿ ਸਮਾਜਿਕ ਇਫੈਕਟ ਵੀ ਬਹੁਤ ਵੱਡਾ ਪਊਗਾ ਤੇ ਸਿਆਸਤ ਵੀ ਹਿੱਲੂਗੀ, ਸਮਾਜ ਵੀ ਹਿੱਲੂਗਾ, ਅਰਥ ਸ਼ਾਸਤਰ ਵੀ ਹਿੱਲੂਗਾ। 1997 ਚ ਕਹਿੰਦੇ 2700 ਨੂੰ ਵਿਕਦੀ ਸੀ ਬਾਸਮਤੀ। 93 ਦੇ ਵਿੱਚ 130 ਰੁਪਏ ਰੇਟ ਸੀ ਝੋਨੇ ਦੀ ਲਗਵਾਈ ਦਾ। ਅੱਜ ਅਸੀਂ 4-5 ਹਜ਼ਾਰ ਦੇ ਕੇ ਹਟੇ ਆ। ਉਦੋਂ ਡੀਜ਼ਲ ਦਾ ਰੇਟ ਸੀ 7 ਰੁਪਏ, ਅੱਜ ਅਸੀਂ 72 ਰੁਪਏ ਤੋਂ 75 ਰੁਪਏ ਤੱਕ ਤੇਲ ਅਸੀਂ ਬਾਲ ਕੇ ਬਾਸਮਤੀ ਪਾਲੀ ਆ। ਕੋਈ ਰੇਸ਼ੋ ਹੀ ਨਹੀਂ ਹੈ। ਬਾਸਮਤੀ ਜਿਹੜੀ ਤੁਹਾਨੂੰ ਮੈਂ ਰੇਟ ਦੱਸ ਰਿਹਾ ਇਹਦੇ 'ਚ ਕੋਈ ਬਚਿਆ ਨਹੀਂ ਪੈਸਾ, ਠੇਕਾ ਵੀ ਨਹੀਂ ਨਿਕਲਿਆ, ਨਾ ਕੋਈ ਇਨਕਮ, ਨਾ ਸਾਡੀ ਲੇਬਰ ਨਿਕਲੀ ਆ। ਘਾਟੇ ਦਾ ਸੌਦਾ ਹੋਈ ਆ 1509 ਤੇ 126 ਝੋਨਾ। ਸਵਾਲ ਹੈ ਮੇਰਾ, ਜਿਨ੍ਹਾਂ ਨਾਲ ਦਿਲਾਂ ਦੇ ਰਾਹ ਦੂਰ ਹੋ ਗਏ ਸੀ ਅੱਜ ਉਹ ਨੇੜੇ ਹੋ ਕੇ ਬੈਠੇ ਰਹੇ ਆ ਤੁਹਾਡੇ। ਦੇਖੋ ਬਹੁਤ ਵੱਡਾ ਸੰਕਟ ਆ ਗਿਆ ਖੇਤੀ 'ਚ, ਆਪਦੇ ਮਟਾ ਮਟੇ ਕੇ ਅਸੀਂ ਇੱਥੇ ਪਹੁੰਚੇ ਆ। ਅੱਜ ਸੰਕਟ ਏਡਾ ਵੱਡਾ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਆਪਣੇ ਪਿੰਡਾਂ ਦੇ ਵਿੱਚ ਵੀ ਆਪਣੇ ਫਰਖੇਵੇਂ ਖਤਮ ਕਰ ਦਿਓ। ਅੱਜ ਆਪਣੀ ਆਰਥਿਕ ਲੜਾਈ ਪੈ ਗਈ ਆ। ਅੱਜ ਆਰਥਿਕਲੀ ਤਾਂ ਹੁਣ ਆਪਾਂ ਨੂੰ ਇਕੱਠੇ ਹੋਣਾ ਪੈਣਾ, ਨਹੀਂ ਕਿਸਾਨੀ ਡੁੱਬਦੀ ਰਹੂਗੀ। ਅਗਲਾ ਸਮਾਂ ਆਉਣ ਵਾਲਾ ਆਪਾਂ ਨੂੰ ਮਾਫ ਨਹੀਂ ਕਰੂਗਾ। ਜਿੰਨੇ ਇੱਥੇ ਲੀਡਰ ਫਿਰਦੇ ਆ ਕਿਸਾਨ ਲੀਡਰ, ਜੇ ਇਹ ਅੱਜ ਚੰਗੀ ਤਰ੍ਹਾਂ ਪੈਰ ਲਾ ਕੇ ਨਾ ਖੜੇ, ਅਗਲਾ ਸਮਾਂ ਇਹਨਾਂ ਨੂੰ ਗਦਾਰਾਂ 'ਚ ਗਿਣਿਆ ਜਾਊਗਾ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਸੋ ਬੜਾ ਸਪਸ਼ਟ ਸਟੈਂਡ ਹੈ ਹੁਣ ਕਿਸਾਨਾਂ ਦਾ ਇਸ ਮੁੱਦੇ ਦੇ ਉੱਤੇ। ਸੰਘਰਸ਼ ਦੇ ਰਾਹ ਤੇ ਨੇ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ ਲੁਧਿਆਣਾ।